देश ਦੇ ਵਿੱਚ ਕਰੋਨਾ ਵੈਕਸੀਨ ਆ ਗਈ ਹੈ ਤੇ ਪਹਿਲੇ ਪੜਾਅ ਦੇ ਤਹਿਤ ਇਹ ਮੈਡੀਕਲ ਸਟਾਫ ਨੂੰ ਲਗਾਈ ਜਾਏਗੀ। ਲੁਧਿਆਣਾ ਦੇ ਵਿੱਚ 16 ਜਨਵਰੀ ਤੋਂ ਲਗਭਗ 31,000 ਨਿੱਜੀ ਅਤੇ ਸਰਕਾਰੀ ਮੈਡੀਕਲ ਸਟਾਫ ਨੂੰ ਕਰੋਨਾ ਦੀ ਵੈਕਸੀਨ ਦਿੱਤੀ ਜਾਏਗੀ। ਇਸ ਸੰਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਉਹਨਾਂ ਨੇ ਦੱਸਿਆ ਹੈ ਕਿ 16 ਜਨਵਰੀ ਤੋਂ ਲੈ ਕੇ 18 ਜਨਵਰੀ ਤੱਕ ਲਗਭਗ 70% ਤੱਕ ਸਟਾਫ ਨੂੰ ਵੈਕਸੀਨ ਲਗਾਈ ਜਾਏਗੀ। ਉਹਨਾਂ ਨੇ ਵਿਸਤਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਲੁਧਿਆਣਾ ਦੇ ਵਿੱਚ 24,000 ਦੇ ਕਰੀਬ ਨਿੱਜੀ ਹਸਪਤਾਲਾਂ ਦੇ ਮੈਡੀਕਲ ਸਟਾਫ ਨੇ, ਜਦੋਂ ਕਿ ਲਗਭਗ 7,000 ਦੇ ਕਰੀਬ ਸਰਕਾਰੀ ਮੈਡੀਕਲ ਸਟਾਫ ਨੇ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜੋ ਮੈਡੀਕਲ ਸਟਾਫ ਮੈਂਬਰ ਟੀਕਾਕਰਨ ਕਰਵਾਉਣ ਦੇ ਲਈ ਰਾਜ਼ੀ ਨਹੀਂ ਹੋ ਰਹੇ, ਉਹਨਾਂ ਸੰਬੰਧੀ ਲੁਧਿਆਣਾ ਦੇ ਸਿਵਲ ਸਰਜਨ ਅਤੇ ਹੋਰ ਮੈਡੀਕਲ ਸਟਾਫ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਸਾਲ 2021 ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਹੋਵੇਗਾ ਤੇ ਕਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਹਦਾਇਤਾਂ ਹਨ ਉਹਨਾਂ ਦੇ ਤਹਿਤ ਅਸੀਂ ਮਿਸ਼ਨ ਫਤਿਹ ਪਿਛਲੇ 1 ਸਾਲ ਤੋਂ ਚੱਲ ਰਿਹਾ। ਹੁਣ ਤੱਕ ਸਾਡਾ ਜਿਹੜਾ ਜ਼ੋਰ ਸੀਗਾ ਉਹ ਕੋਵਿਡ ਪੇਸ਼ੈਂਟਸ ਦਾ ਇਲਾਜ ਔਰ ਪਰਹੇਜ਼ 'ਤੇ ਸੀ, ਬਟ ਹੁਣ ਮੈਨੂੰ ਇਹ ਖੁਸ਼ੀ ਹੈ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਕਿ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੇ ਸਾਂਝੇ ਉਦਮ ਦੇ ਨਾਲ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਹੈਗਾ ਕੋਵਿਡ ਦੀ, ਜਿਹੜਾ ਟੀਕਾਕਰਨ ਦਾ ਪ੍ਰੋਸੈਸ ਹੈਗਾ 16 ਜਨਵਰੀ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਸ਼ੁਰੂ ਹੋ ਰਿਹਾ। ਇਹਦੇ ਲਈ ਜਿਹੜੀ ਵੈਕਸੀਨ ਹੈਗੀ ਉਹ ਆਲਰੇਡੀ ਜਿਹੜੇ ਪੰਜਾਬ ਸਰਕਾਰ ਨੇ ਕੋਲਡ ਚੇਨ ਦੇ ਮੁੱਖ ਕੇਂਦਰ ਬਣਾਏ ਨੇ ਹੁਸ਼ਿਆਰਪੁਰ ਪਹੁੰਚ ਗਈ ਹੈ। ਅੱਜ ਸ਼ਾਮ ਤੱਕ ਸਾਨੂੰ ਇਹ ਜਿਹੜੀ ਦਵਾਈ ਹੈਗੀ ਹੈ ਪ੍ਰਾਪਤ ਹੋ ਜਾਏਗੀ, ਜਿਹੜੀ ਵੈਕਸੀਨ ਹੈ। ਔਰ ਇਸ ਵੈਕਸੀਨ ਨੂੰ ਸਟੋਰ ਕਰਨ ਦੇ ਲਈ ਅਸੀਂ 67 ਆਪਣੇ ਕੋਲਡ ਚੇਨ ਪੁਆਇੰਟਸ ਬਣਾਏ ਹੈ। 800 ਦੇ ਕਰੀਬ ਅਸੀਂ ਜਿਹੜੇ ਹੈਗੇ ਹੈ ਇਸ ਤਰ੍ਹਾਂ ਦੇ ਕੇਂਦਰ ਬਣਾਏ ਹੈ ਜਿਨ੍ਹਾਂ ਨੂੰ ਕਿ ਅਸੀਂ ਜਿੱਥੇ ਇਹ ਦਵਾਈ ਲਗਾਈ ਜਾਣੀ ਹੈ, ਜਿੱਥੇ ਕਿ ਇਹ ਵੈਕਸੀਨ ਲਗਾਈ ਜਾਣੀ ਹੈ। ਇਹਦੇ 'ਚ ਜਿਵੇਂ ਕਿ ਅਸੀਂ ਕੋਵਿਡ ਦੇ ਪੂਰੇ ਉਦਮ ਦੇ ਦੌਰਾਨ ਪਹਿਲਾਂ ਵੀ ਪ੍ਰਾਈਵੇਟ ਹਸਪਤਾਲਾਂ ਦਾ ਬਹੁਤ ਵੱਡਾ ਰੋਲ ਲਿਆ, ਉਸੇ ਤਰ੍ਹਾਂ ਹੀ ਇਸ 'ਚ ਵੀ ਸਰਕਾਰੀ ਹਸਪਤਾਲਾਂ ਦੇ ਨਾਲੋਂ ਨਾਲ ਬਹੁਤ ਵੱਡੇ ਸਤਰ 'ਤੇ ਪ੍ਰਾਈਵੇਟ ਹਸਪਤਾਲਾਂ ਨੂੰ ਇਨਵੋਲਵ ਕੀਤਾ ਗਿਆ, ਕਿਉਂਕਿ ਜ਼ਿਆਦਾਤਰ ਜਿਹੜੇ ਲਾਭਪਾਤਰੀ ਨੇ ਪਹਿਲੇ ਫੇਜ਼ ਦੇ ਜਿਹੜੇ ਮੈਡੀਕਲ ਡਾਕਟਰਸ, ਪੈਰਾਮੈਡਿਕਸ ਔਰ ਸਪੋਰਟ ਸਟਾਫ ਜਿਹੜਾ ਹੈਗਾ, ਉਹਨਾਂ 'ਚੋਂ 2/3 ਤੋਂ ਵੀ ਵੱਧ ਜਿਹੜਾ ਸਟਾਫ ਹੈ, ਰੈਦਰ 3/4 ਜਿਹੜਾ ਸਟਾਫ ਹੈਗਾ ਉਹ ਪ੍ਰਾਈਵੇਟ ਹਸਪੀਟਲਸ ਦਾ। ਕੁੱਲ 31,000 ਦੇ ਕਰੀਬ ਸਾਡੇ ਕੋਲ ਹੈਗੀ ਹੈ ਰਜਿਸਟ੍ਰੇਸ਼ਨ, ਉਹਨਾਂ 'ਚੋਂ 23,000-24,000 ਜਿਹੜਾ ਸਟਾਫ ਹੈ ਉਹ ਪ੍ਰਾਈਵੇਟ ਹਸਪੀਟਲਸ ਦਾ, ਔਰ 7,000 ਦੇ ਕਰੀਬ ਜਿਹੜਾ ਸਟਾਫ ਹੈਗਾ ਉਹ ਸਾਡਾ ਗਵਰਨਮੈਂਟ ਹਸਪੀਟਲਸ ਦਾ। ਇਸ ਤੋਂ ਬਾਅਦ ਕਈ ਵਾਰ ਸਵਾਲ ਆਉਂਦਾ ਹੈ ਕਿ ਵੀ ਦੂਜੇ ਵਰਗਾਂ ਤੱਕ ਦਵਾਈ ਕਿੱਦਾਂ ਆਏਗੀ, ਕਦੋਂ ਆਏਗੀ। ਜਿਹੜੀ ਸੈਕੰਡ ਫੇਜ਼ ਦੀ ਰਜਿਸਟ੍ਰੇਸ਼ਨ ਹੈਗੀ ਹੈ ਰੈਵਨਿਊ ਸਟਾਫ ਔਰ ਪੁਲਿਸ ਸਟਾਫ, ਉਹ ਰਜਿਸਟ੍ਰੇਸ਼ਨ ਅਸੀਂ ਆਲਰੇਡੀ ਪਿਛਲੇ ਹਫਤੇ ਤੋਂ ਸਟਾਰਟ ਕਰਤੀ ਹੈ। ਜਿਹੜਾ ਇਹ ਡਾਕਟਰਸ ਵਾਲਾ ਫੇਜ਼, ਮੈਡੀਕਲ ਸਟਾਫ ਵਾਲਾ ਫੇਜ਼ ਪੂਰਾ ਹੋਣ ਤੋਂ ਬਾਅਦ ਰੈਵਨਿਊ ਸਟਾਫ ਔਰ ਪੁਲਿਸ ਸਟਾਫ ਹੈ ਜਿਹੜੇ ਫਰੰਟ ਲਾਈਨ ਬੈਰੀਅਰਸ, ਉਹਨਾਂ ਨੂੰ ਕਵਰ ਕੀਤਾ ਜਾਣਾ। ਉਸ ਤੋਂ ਬਾਅਦ ਸੈਨੀਟੇਸ਼ਨ ਵਰਕਰਸ ਨੇ, ਉਸ ਤੋਂ ਬਾਅਦ ਜਿਹੜੇ ਆਮ ਲੋਕ 50 ਸਾਲ ਤੋਂ ਵੱਡੀ ਉਮਰ ਦੇ ਲੋਕ ਨੇ, ਸੀਨੀਅਰ ਸਿਟੀਜ਼ਨ ਦੀ ਕੈਟੇਗਰੀ 'ਚ ਆ ਜਾਂਦੇ ਆ, ਉਹਨਾਂ ਨੂੰ ਕਵਰ ਕੀਤਾ ਜਾਣਾ। ਉਸ ਤੋਂ ਬਾਅਦ 50 ਸਾਲ ਤੋਂ ਥੱਲੇ ਉਮਰ ਦੇ ਕੋਮੋਰਬਿਡ ਲੋਕਾਂ ਨੂੰ, ਔਰ ਉਸ ਤੋਂ ਬਾਅਦ ਆਮ ਜਨਰਲ ਪਬਲਿਕ ਨੂੰ ਕੀਤਾ ਜਾਣਾ। ਔਰ ਇਹ ਜਿਹੜਾ ਹੈਗਾ ਇਹਦੀ ਸਾਡੀ ਪੂਰੀ ਤਿਆਰੀ ਹੈਗੀ ਹੈ, ਔਰ ਜਦੋਂ ਵੀ ਸਾਨੂੰ ਇਹ ਦਵਾਈ ਮੁਹੱਈਆ ਹੁੰਦੀ ਹੈ ਅਸੀਂ ਨਾਲ ਦੀ ਨਾਲ ਲੋਕਾਂ ਤੱਕ ਇਹਨੂੰ ਪਹੁੰਚਾਵਾਂਗੇ। ਦੇਖੋ ਗੱਲ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਸਰਕਾਰ ਦਾ ਤਾਂ ਪਹਿਲੇ ਦਿਨ ਤੋਂ ਹੀ ਇਹ ਸੀਗਾ ਕਿ ਆਪਾਂ ਇਸ ਤੋਂ ਮੁਕਤੀ ਪਾਉਣੀ ਹੈ। ਮਿਸ਼ਨ ਫਤਿਹ ਨੂੰ ਹੀ ਅਸੀਂ ਲੈ ਕੇ ਚੱਲੇ ਆ, ਸਾਡੇ ਮਨ 'ਚ ਪੂਰਾ ਦ੍ਰਿੜ ਨਿਸ਼ਚਾ ਹੈਗਾ। ਆਲਰੇਡੀ ਜਿਹੜਾ ਹੈਗਾ ਆਟੇ 'ਚ ਲੂਣ ਦੇ ਬਰਾਬਰ ਹੈ। ਹੁਣ ਜਿਹੜੇ ਅਸੀਂ ਰੋਜ਼ ਟੈਸਟ ਕਰ ਰਹੇ ਹਾਂ ਸਿਰਫ 1% ਪੋਜ਼ੀਟਿਵਿਟੀ ਆ ਰਹੀ ਹੈ, ਬਟ ਗਵਰਨਮੈਂਟ ਇਸ ਕਰਕੇ ਇਸ ਗੱਲ ਦੇ ਲਈ ਸੀਰੀਅਸ ਹੈ ਕਿਉਂਕਿ ਜਿਵੇਂ UK ਦੇ ਵਿੱਚ ਮਿਊਟੇਸ਼ਨ ਹੋ ਕੇ ਜ਼ਿਆਦਾ ਸੀਰੀਅਸ ਵਰਜਨ ਆਇਆ ਹੈਗਾ ਵਾਇਰਸ ਦਾ, ਕਿ ਅੱਗੇ ਜਾ ਕੇ ਲੋਕਾਂ ਦਾ ਨੁਕਸਾਨ ਨਾ ਹੋਵੇ, ਤਾਂ ਕਰਕੇ ਇਸ 'ਤੇ ਅਸੀਂ ਹੋਰ ਕੰਮ ਕਰ ਰਹੇ ਹਾਂ। ਬਟ ਐਜ਼ ਆਫ ਨਾਓ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ। ਅੱਜ ਦੀ ਡੇਟ 'ਚ ਵੀ ਆਪਾਂ ਨੂੰ ਕੋਈ ਬਹੁਤ ਵੱਡੀ ਕੋਈ ਖਾਸ ਸਮੱਸਿਆ ਨਹੀਂ। ਮੈਨੂੰ ਪੂਰਾ ਯਕੀਨ ਹੈ ਕਿ ਇਸ ਵੈਕਸੀਨ ਦੇ ਆਉਣ ਤੋਂ ਬਾਅਦ ਸਥਿਤੀ ਹੋਰ ਵੀ ਇੰਪਰੂਵ ਹੋਏਗੀ ਅਤੇ 2021 ਬਿਲਕੁਲ ਨੋਰਮਲ ਜਾਏਗਾ। ਵੈਕਸੀਨ ਦੇ ਲਈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 67 ਸਥਾਨ ਉਹ ਨੇ ਜਿਹਨੂੰ ਅਸੀਂ ਕੋਲਡ ਚੇਨ ਪੁਆਇੰਟ ਕਹਿੰਦੇ ਆ। ਉਸ ਤੋਂ ਬਾਅਦ 804 ਦੇ ਕਰੀਬ ਸੈਸ਼ਨ ਸਾਈਟਸ ਨੇ। ਸੈਸ਼ਨ ਸਾਈਟਸ ਉਹ ਕੋਲਡ ਚੇਨ ਉਹ ਹੈ ਜਿੱਥੇ ਕਿ ਉਹਨੂੰ ਠੰਡੇ ਤਾਪਮਾਨ 'ਤੇ ਰੱਖਿਆ ਜਾਣਾ। ਠੰਡੇ ਤਾਪਮਾਨ 'ਤੇ ਰੱਖਣ ਤੋਂ ਬਾਅਦ ਉਹਨੂੰ ਜਿੱਥੇ ਐਕਚੁਅਲ ਲਗਾਇਆ ਜਾਣਾ, 804 ਸੈਸ਼ਨ ਸਾਈਟਸ ਹੈਗੀਆਂ ਨੇ। ਉਹਨਾਂ 'ਚੋਂ ਐਟ ਏ ਟਾਈਮ ਜਿਹੜੀਆਂ ਸੈਸ਼ਨ ਸਾਈਟਸ ਹੈਗੀਆਂ ਨੇ, ਪਹਿਲੇ ਫੇਜ਼ ਦੇ ਵਿੱਚ ਇਹਨਾਂ ਨੇ 112 ਟੀਮਸ ਬਣਾਈਆਂ ਨੇ, ਬਟ ਅਸੀਂ ਪ੍ਰਾਈਵੇਟ ਹਸਪੀਟਲਸ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ 56 ਸਾਈਟਸ ਹੋਰ ਵਧਾਓ ਸੈਸ਼ਨ ਸਾਈਟਸ। ਉਹਦੇ ਨਾਲ ਅਸੀਂ 150 ਤੋਂ ਜ਼ਿਆਦਾ ਸਾਡੀਆਂ ਸੈਸ਼ਨ ਸਾਈਟਸ ਹੋ ਜਾਣਗੀਆਂ। ਹਰ ਇੱਕ ਸੈਸ਼ਨ ਸਾਈਟ 'ਤੇ ਇੱਕ ਦਿਨ ਦੇ ਵਿੱਚ 100 ਬੰਦਿਆਂ ਨੂੰ ਜਿਹੜਾ ਹੈਗਾ
ਵੈਕਸੀਨ ਦੇਣ ਦਾ ਸਾਡਾ ਇਰਾਦਾ ਹੈ। ਦੈਟ ਮੀਨਸ ਅਸੀਂ 15,000 ਬੰਦੇ ਇੱਕ ਦਿਨ 'ਚ ਕਵਰ ਕਰਾਂਗੇ। ਸੋ ਸਾਡਾ ਟਾਰਗੇਟ ਇਹ ਹੈ ਕਿ ਜਦੋਂ 31,000 ਬੰਦਿਆਂ ਨੂੰ ਲੱਗਣਾ ਐਟ ਮੈਕਸ ਅਸੀਂ 3 ਦਿਨਾਂ 'ਚ ਉਹਨਾਂ ਨੂੰ ਕਵਰ ਕਰ ਸਕੀਏ। ਬਟ ਕਿਉਂਕਿ ਇਹ ਪਹਿਲਾ ਤਜਰਬਾ ਹੈਗਾ ਔਰ ਇਸ 'ਚ ਕਾਫੀ ਔਨਲਾਈਨ ਚੈੱਕ ਕੀਤਾ ਜਾਣਾ ਹੈ ਕਿ ਕਿੰਨੇ ਬੰਦੇ, ਕੀ ਵਾਕਈ ਬੰਦਾ ਰਜਿਸਟਰਡ ਹੈ, ਕਿ ਉਹਦੇ ਕੋਲ ਵਾਕਈ ਆਪਣਾ ਪਛਾਣ ਚਿੰਨ੍ਹ ਹੈਗਾ, ਫਿਰ ਹੀ ਉਸ ਤੋਂ ਬਾਅਦ ਇਹਨੂੰ ਲੱਗਣਾ। ਤਾਂ ਐਕਚੁਅਲ ਜਦੋਂ ਅਸੀਂ ਡਿਸਪੈਂਸੇਸ਼ਨ ਕਰਾਂਗੇ, ਅਗਰ 1-2 ਦਿਨ ਵੱਧ ਵੀ ਲੱਗ ਗਿਆ ਤਾਂ ਉਹਦੇ ਲਈ ਵੀ ਅਸੀਂ ਮੈਂਟਲੀ ਪ੍ਰਿਪੇਅਰਡ ਹੈ। ਬਟ ਸਾਡੀ ਚੇਸਟਾ ਔਰ ਕੋਸ਼ਿਸ਼ ਇਹੀ ਹੈ ਕਿ ਅਸੀਂ 3 ਦਿਨਾਂ 'ਚ ਇਹਨੂੰ ਖਤਮ ਕਰ ਲਈਏ, 16, 17 ਤੇ 18 'ਚ। ਉਹਦੇ ਬਾਰੇ ਅੱਜ ਡਿਟੇਲਡ ਪੈਨਲ ਆਫ ਡਾਕਟਰਸ ਮੇਰੇ ਨਾਲ ਹੀ ਬੈਠੇ ਨੇ। ਡਾਕਟਰ ਵਿਸ਼ਵ ਮੋਹਨ ਜੀ ਵੀ ਨੇ, ਡਾਕਟਰ ਸੁਖਜੀਵਨ ਕੱਕੜ ਜੀ ਨੇ ਸਾਡੇ ਸਿਵਲ ਸਰਜਨ ਸਾਹਿਬ, ਔਰ ਮੈਡਮ ਕਿਰਨ ਇੱਧਰ ਬੈਠੇ ਨੇ। ਇੱਕ ਹੋਰ ਐਕਸਪਰਟ ਡਾਕਟਰ DMC ਤੋਂ ਆਏ ਨੇ। ਅੱਜ ਅਸੀਂ ਔਨਲਾਈਨ ਲਾਈਵ ਹੋ ਕੇ ਆਫਟਰ ਦਿਸ ਪ੍ਰੈਸ ਕਾਨਫਰੰਸ ਅਸੀਂ ਸਾਰਾ ਕੁਝ ਦੱਸਾਂਗੇ। ਬਟ ਐਜ਼ ਐਨ ਐਡਮਿਨਿਸਟ੍ਰੇਟਰ, ਮਤਲਬ ਡਾਕਟਰਸ ਆਪਦਾ ਵਿਊ ਪੁਆਇੰਟ ਦੱਸਣਗੇ। ਐਜ਼ ਐਨ ਐਡਮਿਨਿਸਟ੍ਰੇਟਰ ਮੈਂ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਕਿ ਇਹ ਜਿਹੜੀ ਦਵਾਈ ਸਾਡੇ ਇੱਥੇ ਆ ਰਹੀ ਹੈ ਕੋਵਾਸ਼ੀਲਡ, ਇਹ ਜਿਹੜੀ ਹੈਗੀ ਹੈ ਆਕਸਫੋਰਡ ਯੂਨੀਵਰਸਿਟੀ ਔਰ ਭਾਰਤ ਸਰਕਾਰ ਦੋਨਾਂ ਦੇ ਸਾਂਝੇ ਉੱਦਮ ਦੇ ਨਾਲ ਬੜੀ ਵੱਡੀ ਰਿਸਰਚ ਤੋਂ ਬਾਅਦ ਇਹ ਦਵਾਈ ਆ ਰਹੀ ਹੈ। ਔਰ ਬਹੁਤ ਜ਼ਿਆਦਾ ਪੈਸਾ ਔਰ ਰਿਸੋਰਸਿਸ ਲੋਕਾਂ ਦੇ ਖਰਚ ਕੇ ਇਹ ਦਵਾਈ ਬਣਾਈ ਗਈ ਹੈ ਸੀਰਮ ਇੰਸਟੀਟਿਊਟ ਵੱਲੋਂ। ਐਂਡ ਆਪਾਂ ਨੂੰ ਫੇਥ ਰੱਖਣਾ ਚਾਹੀਦਾ। ਹੁਣ ਤੱਕ ਵੀ ਸਰਕਾਰ ਨੇ ਜੋ ਕੁਝ ਆਫਰ ਕੀਤਾ ਹੈ, ਆਪਾਂ ਇਕੱਲੇ ਇਹਨੂੰ ਕੋਵਿਡ ਦੇ ਪ੍ਰਿਜ਼ਮ ਦੇ ਨਾਲ ਨਾ ਦੇਖੀਏ। ਭਾਵਾਂ ਦੀ ਦੇਸ਼ ਦੇ ਵਿੱਚੋਂ ਜਿਹੜੀ TB ਨੂੰ ਖਤਮ ਕਰਨ ਦੀ ਮੁਹਿੰਮ ਹੋਵੇ, ਭਾਵਾਂ ਦੀ ਪੋਲੀਓ ਨੂੰ ਖਤਮ ਕਰਨ ਦੀ ਮੁਹਿੰਮ ਹੋਵੇ, ਰੁਬੇਲਾ ਵੈਕਸੀਨੇਸ਼ਨ ਹੋਵੇ, MR ਵੈਕਸੀਨੇਸ਼ਨ ਹੋਵੇ, ਹਰ ਚੀਜ਼ ਸਰਕਾਰ ਨੇ ਬੜੇ ਤਰੀਕੇ ਨਾਲ ਆਜ਼ਾਦੀ ਤੋਂ ਬਾਅਦ ਕੀਤੀ ਹੈ। ਔਰ ਜੇ ਹੁਣ ਤੱਕ ਸਿਹਤ ਵਿਭਾਗ ਸਾਰੀਆਂ ਚੀਜ਼ਾਂ 'ਚ ਕਾਮਯਾਬ ਰਹੇਗਾ, ਮੈਨੂੰ ਸਿਹਤ ਵਿਭਾਗ ਔਰ ਸਾਡੇ ਵਿਗਿਆਨਕਾਂ 'ਤੇ ਇਹਨਾਂ 'ਤੇ ਪੂਰਾ ਵਿਸ਼ਵਾਸ ਹੈ ਕਿ ਜੋ ਇਹਨਾਂ ਨੇ ਉੱਦਮ ਕੀਤਾ ਇਹ ਪੱਕਾ ਹੀ ਕਾਮਯਾਬ ਹੈ। ਮੇਰੀ ਲੋਕਾਂ ਨੂੰ ਵੀ ਇਹ ਅਪੀਲ ਹੈਗੀ ਹੈ ਕਿ ਲੈਟਸ ਹੈਵ ਫੇਥ। ਔਰ ਫੇਥ ਦੀ ਇੰਤਹਾ ਇਹ ਹੈ ਕਿ ਮੈਡੀਕਲ ਫਰਟਰਨਿਟੀ ਨੇ ਸਭ ਤੋਂ ਪਹਿਲਾਂ ਵਲੰਟੀਅਰ ਕੀਤਾ ਇੰਜੈਕਸ਼ਨ ਲਗਾਉਣ ਦੇ ਲਈ। ਅਗਰ ਇੰਜੈਕਸ਼ਨ ਦੇ ਵਿੱਚ ਕੋਈ ਖਾਮੀ ਜਾਂ ਤਰੁੱਟੀ ਹੁੰਦੀ ਤਾਂ ਮੈਡੀਕਲ ਫਰਟਰਨਿਟੀ ਆਪਣੇ ਆਪ ਨੂੰ ਆਫਰ ਨਾ ਕਰਦੀ। ਸਾਰੇ ਮੈਡੀਕਲ ਡਾਕਟਰਸ, ਨਰਸਿਸ, ਪੈਰਾਮੈਡਿਕਸ, ਜਿੰਨੇ ਵੀ ਇਹਨਾਂ ਦਾ ਹੋਰ ਸਪੋਰਟ ਸਟਾਫ ਹੈ, ਦੇ ਆਰ ਦ ਫਸਟ ਵਨਸ ਟੂ ਗੈਟ ਇਟ, ਜਿਹੜਾ ਕਿ ਆਪਣੇ ਆਪ ਇਸ ਗੱਲ ਦੀ ਤਸਦੀਕ ਕਰਦਾ ਕਿ ਮੈਡੀਕਲ ਫਰਟਰਨਿਟੀ ਨੂੰ ਪੂਰਾ ਇਸ 'ਤੇ ਵਿਸ਼ਵਾਸ ਹੈ। ਇੱਕ ਐਕਸਪਰਟਸ ਦਾ ਡੋਮੇਨ ਹੈ ਅਤੇ ਆਪਾਂ ਨੂੰ ਐਕਸਪਰਟਸ 'ਤੇ ਵਿਸ਼ਵਾਸ ਕਰਨਾ ਚਾਹੀਦਾ। ਡਾਕਟਰਸ, ਹੈਲਥ ਵਰਕਸ, ਇਹ ਸਾਰੇ ਅਸੀਂ ਇਹਨੂੰ ਮੈਡੀਕਲ ਫਰਟਰਨਿਟੀ ਹੀ ਮੰਨਦੇ ਹਾਂ। ਮੈਡੀਕਲ ਭਾਈਚਾਰਾ ਹੈਗਾ। ਇਸ 'ਚ ਵਾਰਡ ਬੋਏ ਤੋਂ ਲੈ ਕੇ ਡਾਕਟਰ, ਸਰਜਨ ਸਾਰੇ ਇਸ ਦੇ ਅੰਦਰ ਹੀ ਆਉਂਦੇ ਨੇ। ਕੋਈ ਕਨਫਿਊਜ਼ਨ ਨਹੀਂ ਹੈ। ਇਟਸ ਅ ਵੈਰੀ ਸਮਾਲ ਵਰਲਡ। ਅੱਜ ਕੱਲ੍ਹ ਤਾਂ ਜੋ ਵਾਸ਼ਿੰਗਟਨ 'ਚ ਹੁੰਦਾ 1 ਸੈਕਿੰਡ 'ਚ ਲੋਕਾਂ ਨੂੰ ਮੇਰੇ ਤੋਂ ਪਹਿਲਾਂ ਪਤਾ ਹੁੰਦਾ। ਤੋ ਇਸ ਕਰਕੇ ਜਦੋਂ ਹਦਾਇਤਾਂ ਆਉਂਦੀਆਂ ਨੇ ਅਸੀਂ ਤੁਰੰਤ ਉਹਨਾਂ ਨੂੰ ਸ਼ੇਅਰ ਕਰਦੇ ਹਾਂ। ਜਦੋਂ ਹਦਾਇਤਾਂ ਆਉਣਗੀਆਂ ਉਹ ਸ਼ੇਅਰ ਹੋਣਗੀਆਂ। ਐਜ਼ ਆਫ ਨਾਓ ਜਿਹੜੀ ਪਹਿਲੇ ਫੇਜ਼ 'ਚ ਦਵਾਈ ਲੱਗ ਰਹੀ ਹੈ ਬਿਲਕੁਲ ਫ੍ਰੀ ਲੱਗ ਰਹੀ ਹੈ। ਅੱਗੇ ਜੋ ਹਦਾਇਤਾਂ ਆਉਣਗੀਆਂ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਮੈਮ, ਜਿੱਦਾਂ ਤੁਹਾਡਾ ਖੇਤਰ ਹੈਗਾ, ਮੇਰਾ ਐਡਮਿਨਿਸਟ੍ਰੇਸ਼ਨ ਹੈ, ਤੁਹਾਡਾ ਮੀਡੀਆ ਹੈਗਾ, ਡਾਕਟਰਸ ਦੇ ਇੱਕ ਲੇਡ ਡਾਊਨ ਪ੍ਰੋਸੀਜਰਸ ਨੇ, ਇਹਦੀਆਂ ਬਹੁਤ ਸਾਰੀਆਂ ਸਟੇਜਿਸ ਹੁੰਦੇ ਨੇ, ਟਰਾਇਲਸ ਦੇ ਫੇਜ਼ਿਸ ਹੈਗੇ ਨੇ। ਉਹ ਸਾਰਾ ਕੁਝ ਕਰਕੇ ਹੀ ਜਿਹੜਾ ਸਿਹਤ ਮੰਤਰਾਲਾ ਹੈਗਾ ਉਹਨਾਂ ਨੇ ਵੈਕਸੀਨ ਨੂੰ ਸਾਰੇ ਮਰਹਲੇ ਪਾਰ ਕਰਾ ਕੇ, ਸਾਰੀਆਂ ਸਟੇਜਿਸ ਪਾਰ ਕਰਾ ਕੇ ਹੀ ਕਲੀਅਰ ਕਰਦੀ ਹੈ। ਔਰ ਇਹ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈਗੀ ਹੈ। ਤਾਂ ਆਪਾਂ ਨੂੰ ਇਸ 'ਤੇ ਵਿਸ਼ਵਾਸ